ਵਾਹਿਗੁਰੂ ਜੀ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਇਹ ਜੋ ਦੁਨੀਆ ਸ਼ੇਰ ਮੇਲਾ, ਦਸਤਗੀਰੀ ਨਾਹੀਂ। ਬੰਦੇ ਬੰਦ ਕੀ ਇਖਤਿਆਰ, ਸਾਹਿਬ ਰੋਸ ਧਰੋਂ ਕੇ ਪਿਆਰ। ਨਾਮ ਤੇਰਾ ਆਧਾਰ ਮੇਰਾ, ਜੋ ਫੂਲ ਜਈ ਹੈ ਨਾਰ। ਕਹਿ ਕਬੀਰ ਗੁਲਾਮ ਕਰ ਕਾ, ਜਿਆਏ ਭਾਵੇਂ ਮਾਰ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹਿਲਾ ਨੌਵਾਂ। ਮਨ ਰੇ ਗਇਓ ਨਾ ਗੁਰ ਉਪਦੇਸ, ਕਹਾਂ ਭਇਓ ਜੋ ਮੂੰਡ ਮੁੰਡਾਇਓ। ਭਗਵੋ ਕੀਰਨੋ ਭੇਸ, ਮਨ ਰੇ ਗਇਓ ਨਾ ਗੁਰ ਉਪਦੇਸ। ਕਹਾਂ ਭਇਓ ਜੋ ਮੂੰਡ ਮੁੰਡਾਇਓ। ਭਗਵੋ ਕੀਰਨੋ ਭੇਸ ਰਹਾਉ। ਸਾਚ ਛਾੜ ਕੇ ਝੂਟੇ ਲਾਗਿਓ, ਜਨਮ ਅਕਾਰਥ ਖੋਇਓ। ਕਰ ਪਰਪੰਚ ਉਦਰ ਨਿਜ ਭੋਖਿਓ, ਪਸ ਕੀ ਨਿਆਈ ਸੋਇਓ। ਰਾਮ ਭਜਨ ਕੀ ਗਤ ਨਹੀਂ ਜਾਨੀ, ਮਾਇਆ ਹਾਥ ਵਿਕਾਨਾ। ਉਰਜ ਰਹਿਓ ਵਿਖਿਅਨ ਸੰਗ ਬੋਰਾ, ਨਾਮ ਰਤਨ ਵਿਸਰਾਨਾ। ਰਹਿਓ ਅਚੇਤ ਨਾ ਚੇਤਿਓ ਗੋਬਿੰਦ, ਵਿਰਥਾ ਓਦ ਸਿਰਾਨੀ। ਕਹੋ ਨਾਨਕ ਹਰਿ ਬਿਰਧ ਪਛਾਨੋ, ਭੂਲੇ ਸਦਾ ਪਰਾਨੀ। ਰਹਿਓ ਅਚੇਤ ਨਾ ਚੇਤਿਓ ਗੋਬਿੰਦ, ਵਿਰਥਾ ਓਦ ਸਿਰਾਨੀ। ਕਹੋ ਨਾਨਕ ਹਰਿ ਬਿਰਧ ਪਛਾਨੋ, ਭੂਲੇ ਸਦਾ ਪਰਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਾਕ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਸਤਸੰਗੀ ਜਨੋ, ਸਤਿਗੁਰੂ ਨੇ ਅਪਾਰ ਕਿਰਪਾ ਕੀਤੀ। ਸੰਧਿਆ ਵੇਲੇ ਗੁਰੂ ਦਰ ਤੇ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਦੀ
ਅਗੰਮੀ ਵਿਚਾਰ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੱਜ ਸੋਰਠ ਰਾਗ ਦਾ 10ਵਾਂ ਸ਼ਬਦ, ਜਿਸ ਦੀ ਆਪਾਂ ਵਿਚਾਰ ਕਰਨੀ ਹੈ। ਮੂਲ ਰੂਪ ਦੇ ਵਿੱਚ ਆਪ ਜੀਆਂ ਨੇ ਪਾਠ ਪ੍ਰੇਮ ਸਹਿਤ ਸਰਵਣ ਕੀਤਾ ਹੈ। ਪਾਵਨ ਅੰਕ 633 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਮਨ ਰੇ ਕਹਿਓ ਨਾ ਗੁਰ ਉਪਦੇਸ, ਕਹਾਂ ਭਇਓ ਜੋ ਮੂੰਡ ਮੁੰਡਾਇਓ, ਭਗਵੋ ਕੀਨੋ ਭੇਸ ਰਹਾਓ। ਆਓ ਇਹਨਾਂ ਪਾਵਨ ਵਚਨਾਂ ਨੂੰ ਵਿਚਾਰਨ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰੋ। ਅਸੀਸਾਂ ਬਖਸ਼ੋ। ਮਹਾਰਾਜ ਸਭਨਾਂ ਦੇ ਸਿਰ ਤੇ ਮਿਹਰ ਦਾ ਹੱਥ ਰੱਖਣ। ਗੁਰੂ ਸਾਹਿਬ ਜੀ ਵੱਲੋਂ ਬਖਸ਼ਿਆ ਪਾਵਨ ਗੁਰਮੰਤਰ ਇਹਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਗੁਰਬਾਣੀ ਦੇ ਵਿੱਚ ਬਾਰ-ਬਾਰ ਸਤਿਗੁਰੂ ਇਸ ਮਨ ਨੂੰ ਸੰਬੋਧਨ ਕਰ ਰਹੇ ਹਨ, ਆਵਾਜ਼ ਮਾਰ ਰਹੇ ਹਨ। ਜਿਵੇਂ ਕਿਸੇ ਨੂੰ ਕੋਈ ਸਮਝਾਉਣਾ ਹੋਵੇ ਤੇ ਆਵਾਜ਼ ਮਾਰ ਕੇ ਅਸੀਂ ਆਪਣੇ ਕੋਲ ਬਿਠਾਉਂਦੇ ਹਾਂ ਕਿ ਤੂੰ ਮੇਰੀ ਗੱਲ ਸੁਣ। ਸਤਿਗੁਰੂ ਜੀ ਨੇ ਵੀ ਬਾਣੀ ਦੇ ਰਾਹੀਂ ਬਾਰ-ਬਾਰ ਮਨ ਨੂੰ ਆਵਾਜ਼ ਮਾਰੀ, ਕਿਉਂਕਿ ਇਹ ਮਨ ਸਾਡੇ ਕੋਲ ਬੈਠਣ ਵਾਸਤੇ ਤਿਆਰ ਨਹੀਂ ਹੈ। ਇਹ ਮਨ ਸਾਡੀ ਗੱਲ ਸੁਣਨ ਵਾਸਤੇ ਤਿਆਰ ਨਹੀਂ। ਇਸ ਕਰਕੇ ਸਤਿਗੁਰੂ ਇੱਥੇ ਆਵਾਜ਼ ਮਾਰਦੇ ਨੇ, ਮਨ ਰੇ, ਹੇ ਮੇਰੇ ਮਨ, ਗਇਓ ਨਾ ਗੁਰ ਉਪਦੇਸ। ਗਇਓ ਦਾ ਅਰਥ ਹੁੰਦਾ ਫੜਨਾ, ਗ੍ਰਹਿਣ ਕਰਨਾ। ਨਾ ਦਾ ਅਰਥ ਹੈ ਨਹੀਂ। ਗੁਰ ਉਪਦੇਸ, ਹੇ ਮੇਰੇ ਮਨ, ਤੂੰ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਨਹੀਂ ਕੀਤਾ। ਮਨ ਨੂੰ ਕੋਲ ਬਿਠਾ ਕੇ ਆਵਾਜ਼ ਮਾਰ ਕੇ ਸਤਿਗੁਰ ਕਹਿੰਦੇ ਨੇ, ਹੇ ਮੇਰੇ ਮਨ, ਤੂੰ ਗੁਰੂ ਸਾਹਿਬ ਜੀ ਦਾ ਉਪਦੇਸ਼, ਗੁਰੂ ਸਾਹਿਬ ਜੀ ਦੀ ਸਿੱਖਿਆ, ਗੁਰੂ ਸਾਹਿਬ ਜੀ ਦਾ ਗਿਆਨ ਜਿਹੜਾ ਸੀ ਉਹ ਤੂੰ ਗ੍ਰਹਿਣ ਨਹੀਂ ਕੀਤਾ। ਮਨ ਨੇ ਬੜਾ ਕੁਝ ਗ੍ਰਹਿਣ ਕੀਤਾ ਹੋਇਆ, ਯਾਦ ਰੱਖਣਾ। ਪਰ ਕੋਈ ਵਿਰਲਾ ਵਿਰਲਾ ਇਨਸਾਨ ਹੈ ਜਿਹੜਾ ਕਿ ਗੁਰੂ ਦਾ ਉਪਦੇਸ਼ ਗ੍ਰਹਿਣ ਕਰ ਲੈਂਦਾ, ਗੁਰੂ ਦੇ ਉਪਦੇਸ਼ ਨੂੰ ਫੜ ਲੈਂਦਾ ਹੈ, ਕਾਬੂ ਵਿੱਚ ਕਰ ਲੈਂਦਾ, ਬਸ ਵਿੱਚ ਕਰ ਲੈਂਦਾ। ਇਹ ਮਨ ਛੇਤੀ ਕਰਕੇ ਗੁਰੂ ਦਾ ਉਪਦੇਸ਼ ਗ੍ਰਹਿਣ ਕਰਨ ਵਾਸਤੇ ਤਿਆਰ ਨਹੀਂ। ਇਸ ਕਰਕੇ ਸਤਿਗੁਰ ਆਵਾਜ਼ ਮਾਰ ਕੇ ਕਹਿੰਦੇ ਨੇ ਕਿ ਤੂੰ ਗੁਰੂ ਦਾ ਗਿਆਨ, ਗੁਰੂ ਦਾ ਉਪਦੇਸ਼ ਗ੍ਰਹਿਣ ਨਹੀਂ ਕੀਤਾ, ਸਗੋਂ ਕਰ ਕੀ ਰਹੇ। ਕਹਾਂ ਭਇਓ ਜੋ ਮੂੰਡ ਮੁੰਡਾਇਓ। ਕੀ ਹੋਇਆ ਜੇ ਤੂੰ ਆਪਣੇ ਕੇਸ ਮਨਾ ਲਏ। ਤੇ ਨਾਲ ਕਹਿਣ ਲੱਗੇ, ਭਗਵੋ ਕੀਨੋ ਭੇਸ, ਤੇ ਗੇਰਵੇਂ ਰੰਗ ਦੇ ਤੂੰ ਕੱਪੜੇ ਪਾ ਲਏ, ਭੇਗ ਧਾਰਨ ਕਰ ਲਿਆ। ਕੀ ਹੋਇਆ? ਪਾਓ ਕਿ ਜੇ ਗੁਰੂ ਸਾਹਿਬ ਦਾ ਉਪਦੇਸ਼ ਹੀ ਗ੍ਰਹਿਣ ਨਹੀਂ ਕੀਤਾ, ਗੁਰੂ ਕੀ ਸਿੱਖਿਆ ਨਹੀਂ ਗ੍ਰਹਿਣ ਕੀਤੀ, ਤੇ ਨਾ ਤਾਂ ਇਹ ਕਿਰਿਆ ਕਰਦੇ ਆ ਔਰ ਨਾ ਹੀ ਇਹ ਗੇਰਵੇਂ ਰੰਗ ਦੇ ਵਸਤਰ ਪਾ ਕੇ ਤੇਰਾ ਪਿਆਰ ਉਤਾਰਾ ਹੋਣਾ। ਕਿਉਂਕਿ ਕੁਝ ਐਸੇ ਵੀ ਸਨ ਜਿਹੜੇ ਕਿ ਆਪਣੇ ਕੇਸਾਂ ਨੂੰ ਮਨਾ ਲੈਂਦੇ ਸਨ ਔਰ ਗੇਰਵੇਂ ਰੰਗ ਦੇ ਵਸਤਰ ਧਾਰਨ ਕਰਕੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਸਾਧੂ ਹਾਂ, ਅਸੀਂ ਸਾਧਨਾ ਕਰਨ ਵਾਲੇ ਹਾਂ। ਮਹਾਰਾਜ ਕਹਿੰਦੇ ਤੁਸੀਂ ਗੁਰੂ ਦਾ ਉਪਦੇਸ਼ ਤਾਂ ਗ੍ਰਹਿਣ ਨਹੀਂ ਕੀਤਾ। ਇਸ ਗੱਲ ਨੂੰ ਥੋੜਾ ਹੋਰ ਨੇੜੇ ਕਰ ਲਈਏ। ਆਪਾਂ ਕੋਈ ਵੀ ਭੇਗ ਧਾਰਨ ਕਰਦੇ ਹਾਂ, ਜੇ ਆਪਾਂ ਗੁਰੂ ਸਾਹਿਬ ਜੀ ਦਾ ਉਪਦੇਸ਼ ਗ੍ਰਹਿਣ ਨਹੀਂ ਕੀਤਾ ਤੇ ਸਭ ਲਈ ਇੱਕੋ ਹੀ ਬਚਨ ਨੇ, ਮਨ ਰੇ ਗਇਓ ਨਾ ਗੁਰ ਉਪਦੇਸ਼। ਤੂੰ ਗੁਰੂ ਦਾ ਉਪਦੇਸ਼ ਗ੍ਰਹਿਣ ਨਹੀਂ ਕੀਤਾ, ਗੁਰੂ ਸਾਹਿਬ ਜੀ ਦਾ ਗਿਆਨ, ਗੁਰੂ ਸਾਹਿਬ ਜੀ ਦੀ ਸਿੱਖਿਆ ਉਹ ਤੂੰ ਆਪਣੇ ਮਨ ਵਿੱਚ
ਗ੍ਰਹਿਣ ਨਹੀਂ ਕੀਤਾ, ਆਪਣੇ ਜੀਵਨ 'ਚ ਧਾਰਿਆ ਨਹੀਂ। ਸੋ ਗੱਲ ਮੁੱਕਦੀ ਇੱਥੇ ਹੈ ਕਿ ਜੀਵਨ ਦੇ ਵਿੱਚ ਜਿੱਥੇ ਕਿ ਆਪਾਂ ਕੋਈ ਖਾਸ ਭੇਖ ਸਤਿਗੁਰੂ ਨੇ ਸਾਨੂੰ ਦਿੱਤਾ ਹੈ, ਉੱਥੇ ਨਾਲ ਸਾਡੇ ਜੀਵਨ ਵਿੱਚ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ ਤਾਂ ਉਹ ਭੇਖ ਪ੍ਰਵਾਨ ਹੈ। ਜੇ ਗੁਰੂ ਸਾਹਿਬ ਜੀ ਦੀ ਸਿੱਖਿਆ ਹੀ ਨਹੀਂ, ਗੁਰੂ ਸਾਹਿਬ ਜੀ ਦਾ ਉਪਦੇਸ਼ ਹੀ ਨਹੀਂ, ਗੁਰੂ ਸਾਹਿਬ ਦੇ ਮੁਤਾਬਿਕ ਆਪਾਂ ਚੱਲਦੇ ਨਹੀਂ, ਤਾਂ ਉਹ ਜਿਹੜਾ ਭੇਖ ਹੈ ਸਤਿਗੁਰੂ ਕਹਿੰਦੇ ਉਹ ਵੀ ਮੈਨੂੰ ਪ੍ਰਵਾਨ ਨਹੀਂ। ਜੇ ਉਸ ਬੰਦੇ ਨੂੰ ਕਹਿ ਰਹੇ ਨੇ ਜਿਸਨੇ ਕਿ ਆਪਣੇ ਕੇਸ ਮੁਨਾ ਲਏ, ਜਿਸ ਮਨੁੱਖ ਨੇ ਗੇਰਵੇ ਰੰਗ ਦੇ ਵਸਤਰ ਧਾਰਨ ਕਰ ਲਏ, ਮਹਾਰਾਜ ਕਹਿੰਦੇ ਨੇ ਜੇ ਉਸਦੇ ਇਹ ਕਿਰਿਆ ਪ੍ਰਵਾਨ ਨਹੀਂ ਨਾ, ਤਾਂ ਯਾਦ ਰੱਖਣਾ ਧਾਰਮਿਕ ਕੋਈ ਵੀ ਕਰਿਆ ਉਦੋਂ ਹੀ ਸਤਿਗੁਰ ਪ੍ਰਮਾਣ ਕਰਦੇ ਨੇ ਜਦੋਂ ਸਾਡਾ ਮਨ ਗੁਰੂ ਉਪਦੇਸ਼ ਨੂੰ ਗ੍ਰਹਿਣ ਕਰ ਲੈਂਦਾ। ਪਰ ਮਨ ਤਾਂ ਹੋਰ ਬਹੁਤ ਕੁਝ ਗ੍ਰਹਿਣ ਕਰਕੇ ਬੈਠਾ ਹੋਇਆ। ਮਨ ਵੈਸੇ ਹੀ ਛੇਤੀ ਕਰਕੇ ਗੁਰੂ ਉਪਦੇਸ਼ ਨਾਲ ਟਿਕਦਾ ਨਹੀਂ, ਜੁੜਦਾ ਨਹੀਂ। ਕਿਤੇ ਮਨ ਨੇ ਕਪਟ, ਕਿਤੇ ਛਲ, ਕਿਤੇ ਰੂਪ ਰੰਗ, ਕਿਤੇ ਧਨ, ਕਿਤੇ ਸੰਸਾਰ ਦੇ ਨਸ਼ੇ ਫੜੇ ਹੋਏ ਨੇ। ਇਹ ਗੱਲ ਸੱਚ ਹੈ ਕਿ ਸਾਡਾ ਮਨ ਕੁਛ ਖਿੰਨ ਸਮੇਂ ਵਾਸਤੇ ਵੀ ਖਾਲੀ ਨਹੀਂ ਰਹਿੰਦਾ, ਕੁਛ ਨਾ ਕੁਛ ਇਹ ਫੜ ਕੇ ਰੱਖਦਾ, ਕੁਛ ਨਾ ਕੁਛ ਗ੍ਰਹਿਣ ਕਰਦਾ ਰਹਿੰਦਾ। ਇਹ ਗੱਲ ਵੱਖਰੀ ਹੈ, ਭਾਵੇਂ ਚੰਗਾ ਗ੍ਰਹਿਣ ਕਰੇ ਭਾਵੇਂ ਮਾੜਾ ਗ੍ਰਹਿਣ ਕਰੇ, ਪਰ ਇਹ ਕੁਛ ਨਾ ਕੁਛ ਗ੍ਰਹਿਣ ਕਰਦਾ ਰਹਿੰਦਾ ਹੈ। ਤੇ ਬੜੇ ਘੱਟ ਲੋਕ ਨੇ ਜਿਨ੍ਹਾਂ ਦਾ ਮਨ ਚੰਗਾ ਗ੍ਰਹਿਣ ਕਰਦਾ, ਚੰਗੀਆਂ ਚੀਜ਼ਾਂ ਨੂੰ ਗ੍ਰਹਿਣ ਕਰਦਾ, ਨਹੀਂ ਤਾਂ ਔਗੁਣ ਉਸ ਵੇਲੇ ਗ੍ਰਹਿਣ ਕਰ ਲੈਂਦਾ, ਮਾੜੀ ਗੱਲ ਨੂੰ ਤਾਂ ਉਸ ਵੇਲੇ ਕੈਚ ਕਰ ਲੈਂਦਾ ਸਾਡਾ ਮਨ। ਤੇ ਕੋਈ ਚੰਗੀ ਗੱਲ ਹੋਵੇ, ਚੰਗਾ ਉਪਦੇਸ਼ ਹੋਵੇ, ਚੰਗੀ ਸਿੱਖਿਆ ਹੋਵੇ, ਸਤਿਗੁਰੂ ਕਹਿੰਦੇ ਇਹ ਫੜਦਾ ਕੋਈ ਨਹੀਂ। ਤੇ ਘਰਾਂ ਦਾ ਕੀ ਸਾਡੇ ਕੋਲੋਂ ਸਾਚ ਛੱਡ ਕੇ ਝੂਠੇ ਲਾਗਿਓ। ਜਿਹੜਾ ਸਦਾ ਸਿਰ ਪਰਮਾਤਮਾ ਦਾ ਨਾਮ ਹੈ ਨਾ, ਇਹ ਮਨ ਕੀ ਕਰਦਾ, ਉਹਨੂੰ ਛੱਡ ਕੇ ਝੂਠੇ ਲਾਗਿਓ ਨਾਸਵੰਤ ਪਦਾਰਥਾਂ ਦੇ ਵਿੱਚ ਫਸਿਆ ਰਹਿੰਦਾ, ਉਹਦੇ ਵਿੱਚ ਲੱਗਿਆ ਰਹਿੰਦਾ। ਕਿਉਂਕਿ ਜਿਹੜਾ ਸਦਾ ਸਿਰ ਰਹਿਣ ਵਾਲਾ ਪਰਮਾਤਮਾ, ਉਸਦਾ ਜਿਹੜਾ ਨਾਮ ਹੈ ਉਹਨੂੰ ਛੱਡ ਦਿੰਦਾ। ਤੇ ਜਿਹੜੇ ਨਾਸਵੰਤ ਪਦਾਰਥ ਨੇ ਉਹਨਾਂ ਦੇ ਵਿੱਚ ਹਰ ਵੇਲੇ ਲੱਗਿਆ ਰਹਿੰਦਾ, ਉਹਨਾਂ ਦੇ ਨਾਲ ਜੁੜਿਆ ਰਹਿੰਦਾ ਹੈ। ਤੇ ਮਹਾਰਾਜ ਕਹਿੰਦੇ ਜਨਮ ਅਕਾਰਥ ਖੋਇਓ। ਇਹ ਆਪਣਾ ਮਨੁੱਖਾ ਜਨਮ ਜਿਹੜਾ ਨਾ ਉਹ ਅਕਾਰਥਕ ਹੁੰਦਾ ਹੈ। ਅਕਾਰਥ ਦਾ ਅਰਥ ਹੈ ਬੇਅਰਥ। ਕਿਉਂਕਿ ਜੇ ਸਾਡਾ ਮਨ ਸੱਚ ਨਾਲ ਨਹੀਂ ਨਾ ਜੁੜਿਆ, ਸਤਿਗੁਰੂ ਕਹਿੰਦੇ ਨੇ ਤੇ ਨਾਸਵੰਤ ਪਦਾਰਥਾਂ ਵਿੱਚ ਲੱਗਿਆ ਹੋਇਆ, ਸਮਝ ਲੈ ਤੇ ਤੂੰ ਆਪਣਾ ਮਨੁੱਖਾ ਜੀਵਨ ਅਕਾਰਥ ਖੋ ਰਿਹਾ, ਬੇਅਰਥ ਗਵਾ ਰਿਹਾ, ਕਿਉਂਕਿ ਤੇਰਾ ਸੰਸਾਰ ਦੇ ਵਿੱਚ ਆਉਣ ਦਾ ਮਕਸਦ ਕੁਝ ਹੋਰ ਸੀ। ਸਾਡਾ ਸਾਰਿਆਂ ਦਾ ਕੋਈ ਖਾਸ ਮਕਸਦ ਹੈ। ਅਸੀਂ ਸਾਰੇ ਕੁਛ ਨਾ ਕੁਛ ਇੱਥੇ ਲੈਣ ਵਾਸਤੇ ਆਏ ਹਾਂ, ਪਰ ਸਾਡਾ ਮਨ ਉਸ ਨੂੰ ਇਕੱਤਰ ਨਹੀਂ ਕਰ ਰਿਹਾ, ਉਸ ਸਦਾ ਸਿਰ ਪਰਮਾਤਮਾ ਦੇ ਨਾਮ ਨਾਲ ਜੁੜ ਨਹੀਂ ਰਿਹਾ। ਤੇ ਸਤਿਗੁਰੂ ਕਹਿੰਦੇ ਤੂੰ ਆਪਣਾ ਜਨਮ ਜਿਹੜਾ ਹੈ ਨਾ ਉਹ ਅਕਾਰਥ ਗਵਾ ਰਹੇ ਹੈ, ਬੇਅਰਥ। ਤੇ ਨਾਲ ਆਖਿਆ ਕਰ ਪਰਪੰਚ ਉਦਰ ਨਿਜ ਭੋਖਿਓ, ਪਸ ਕੀ ਨਿਆਈ ਸੋਇਓ। ਪਰਪੰਚ ਕਹਿੰਦੇ ਨੇ ਪਾਖੰਡ, ਪਰਪੰਚ ਕਹਿੰਦੇ ਨੇ ਛਲ, ਝੂਠ, ਫਰੇਬ, ਠੱਗੀ। ਉਹ ਸਾਰੇ ਵਿਦਵਾਨਾਂ ਨੇ ਵੱਖ ਵੱਖ ਅਰਥ ਕੀਤੇ ਨੇ ਪਰਪੰਚ ਦੇ, ਕਿ ਇਹ ਜਿਹੜਾ ਮਨੁੱਖ ਹੈ ਨਾ ਇਹ ਪਰਪੰਚ ਕਰਦਾ ਹੈ। ਕਰ ਪਰਪੰਚ ਪਾਉ ਛਲ ਕਰਕੇ, ਕਪਟ ਕਰਕੇ, ਉਦਰ ਨਿਜ, ਨਿਜ ਦਾ ਅਰਥ ਹੈ ਆਪਣਾ, ਔਖਿਓ ਦਾ ਅਰਥ ਹੈ ਭਰਦਾ, ਉਦਰ ਕਹਿੰਦੇ ਨੇ ਪੇਟ ਨੂੰ। ਕਿਉਂਕਿ ਇਹ ਮਨ ਛਲ ਕਰਕੇ, ਕਪਟ ਕਰਕੇ ਆਪਣਾ ਢਿੱਡ ਭਰਦਾ ਹੈ। ਤੇ ਪਸ ਕੀ ਨਿਆਈ ਸੋਇਓ। ਸਤਿਗੁਰੂ ਕਹਿੰਦੇ ਪਸ਼ੂ ਦੇ ਵਾਂਗ ਇਹ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ, ਅਗਿਆਨਤਾ ਵਿੱਚ ਸੁੱਤਾ ਹੋਇਆ। ਜਿਵੇਂ ਪਸ਼ੂ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਨੇ, ਇਸ ਤਰ੍ਹਾਂ ਇਹ ਮਨੁੱਖ ਵੀ ਗੁਜ਼ਾਰ ਰਿਹਾ। ਸਤਿਗੁਰੂ ਕਹਿੰਦੇ ਨੇ ਕੋਈ ਫਰਕ ਨਹੀਂ। ਕਈ ਵਾਰੀ ਤੁਸੀਂ ਸੋਚੋਗੇ ਵੀ ਅਸੀਂ ਬੰਦੇ ਹਾਂ, ਪਸ਼ੂ ਪਸ਼ੂ ਹੁੰਦੇ ਨੇ, ਅਸੀਂ ਬੰਦੇ ਹੁੰਦੇ ਹਾਂ, ਸਾਡੇ ਵਿੱਚ ਤੇ ਉਹਨਾਂ ਵਿੱਚ ਫਰਕ ਕੀ ਹੈ? ਯਾਦ ਰੱਖਣਾ ਸਾਡੇ 'ਚ ਫਰਕ ਨਹੀਂ ਹੈ। ਸਾਨੂੰ ਲੱਗਦਾ ਵੀ ਅਸੀਂ ਬੰਦੇ ਹਾਂ ਤੇ ਉਹ ਪਸ਼ੂ ਨੇ, ਪਰ ਜਦੋਂ ਆਪਾਂ ਧਿਆਨ ਨਾਲ ਆਪਣੇ ਜੀਵਨ ਵੱਲ ਤੱਕਾਂਗੇ ਨਾ,
उस वेले कुछ चीज़ां मैच करनगियां। एक पंछी ਜਾਂ पशु ਉਹ ਵੀ ਬੱਚੇ ਪੈਦਾ ਕਰ ਰਿਹਾ, ਬੰਦੇ ਦੇ ਘਰ ਵਿੱਚ ਵੀ ਬੱਚੇ ਨਿਆਣੇ ਪੈਦਾ ਹੋ ਰਹੇ ਨੇ, ਉਹ ਵੀ ਆਪਣੇ ਬੱਚਿਆਂ ਦੀ ਖੁਰਾਕ ਵਾਸਤੇ ਯਤਨਸ਼ੀਲ ਹੈ। ਇੱਕ ਪਸ਼ੂ ਪੰਛੀ ਵੀ ਆਪਣਾ ਆਲਣਾ ਘਰ ਬਣਾਉਣ 'ਚ ਲੱਗਿਆ ਹੋਇਆ, ਬੰਦਾ ਵੀ ਬਣਾਉਣ 'ਚ ਲੱਗਿਆ ਹੋਇਆ। ਦੇਖੋ ਨਾ ਤੁਸੀਂ, ਕਿਤੇ ਬੰਦਾ ਵੀ ਉਹੀ ਕੰਮ ਕਰ ਰਿਹਾ ਹੈ ਜਿਤਨਾ ਕੰਮ ਪੰਛੀ ਕਰ ਰਹੇ ਨੇ। ਇੱਕ ਛੋਟੀ ਜਿਹੀ ਚਿੜੀਆਂ ਨੂੰ ਵੇਖੋ, ਉਹ ਵੀ ਆਲਣਾ ਬਣਾ ਰਹੀ, ਇੱਕ ਬੰਦਾ ਵੀ ਘਰ ਬਣਾਉਣ 'ਚ ਪੂਰੀ ਜ਼ਿੰਦਗੀ ਲੱਗਿਆ ਰਹਿੰਦਾ। ਇੱਕ ਛੋਟੀ ਜਿਹੀ ਚਿੜੀਆ ਵੀ ਉਹ ਆਪਣੇ ਬੱਚੇ ਪੈਦਾ ਕਰਦੀ ਹੈ, ਫਿਰ ਉਸਦੇ ਰੋਜੀ ਵਾਸਤੇ ਸਵੇਰ ਉੱਠਦੀ ਹੈ, ਥਾਂ ਥਾਂ ਤੇ ਬੈਠਦੀ ਹੈ, ਉਸਦੇ ਮੁਖ ਵਿੱਚ ਲਾ ਕੇ ਦਾਣਾ ਪਾਉਂਦੀ ਹੈ। ਮੈਂ ਕਹਿੰਦੇ ਬੰਦਾ ਵੀ ਇਹ ਕੁਝ ਕਰ ਰਿਹਾ। ਦੱਸੋ ਫਰਕ ਕੀ ਹੈ ਫਿਰ ਉਸਦੇ ਵਿੱਚ ਤੇ ਬੰਦੇ 'ਚ? ਕੀ ਫਰਕ ਹੈ? ਔਰ ਯਾਦ ਰੱਖਣਾ, ਜੇ ਇਸ ਤਰ੍ਹਾਂ ਦੀ ਗੱਲ ਹੈ ਜਿਵੇਂ ਕਿ ਉਹ ਪੰਛੀ ਕਰ ਰਹੇ ਨੇ ਔਰ ਅਸੀਂ ਕਰ ਰਹੇ ਹਾਂ, ਤਾਂ ਕੋਈ ਫਰਕ ਨਹੀਂ। ਸਾਡੇ ਕੋਲ ਮਨ ਹੈ, ਉਹਨਾਂ ਕੋਲ ਮਨ ਵੀ ਨਹੀਂ। ਉਹਨਾਂ ਦੇ ਵਿੱਚ ਪਰਿਵਾਰਕ ਸਨੇਹ ਤਾਂ ਉਹਨਾਂ ਵਿੱਚ ਵੀ ਹੈ, ਉਹਨਾਂ ਦੇ ਅੰਦਰ ਵੀ ਲਾਲਸਾ ਹੈ ਬੱਚਿਆਂ ਨੂੰ ਅੰਨ ਦੇ ਕੇ ਉਹਨਾਂ ਨੂੰ ਤ੍ਰਿਪਤ ਕਰਨ ਦੀ। ਪਰ ਸਾਡੀ ਲਾਲਸਾ ਤੇ ਉਹਨਾਂ ਦੀ ਲਾਲਸਾ 'ਚ ਬੜਾ ਫਰਕ ਹੈ। ਸਾਡੇ ਜੀਵਨ 'ਚ ਉਹਨਾਂ ਦੇ ਜੀਵਨ 'ਚ ਬੜਾ ਫਰਕ ਹੈ। ਉਹ ਪਸ਼ੂ ਹੋ ਕੇ ਵੀ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਉਹਨਾਂ ਦਾ ਜੀਵਨ ਪਰਉਪਕਾਰੀ ਹੈ, ਪਰ ਬੰਦੇ ਦਾ ਜੀਵਨ ਇਸ ਤਰ੍ਹਾਂ ਦਾ ਨਹੀਂ। ਇਸ ਕਰਕੇ ਗੁਰੂ ਸਾਹਿਬ ਨੇ ਕਿਤੇ ਉਦਾਹਰਨ ਦੇ ਕੇ ਕਿਹਾ ਕਿ ਸਵਾਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ। ਕੁੱਤੇ ਨੂੰ ਵੀ ਕਿਹਾ ਵੀ ਕੁੱਤਾ ਤੇਰੇ ਨਾਲੋਂ ਦੇਖ ਕੇ ਤੇ ਚੰਗਾ ਹੈ। ਕਿਉਂ? ਕਿਉਂਕਿ ਉਹ ਸਵਾਨ ਬਿਰਤੀ ਨਹੀਂ ਛੱਡਦਾ। ਬੰਦਾ ਗੁਰੂ ਦਾ ਦਰ ਛੱਡ ਜਾਏਗਾ, ਪਰਮਾਤਮਾ ਦੀ ਯਾਦ ਛੱਡ ਦੇਗਾ, ਪਰ ਇੱਕ ਕੁੱਤੇ ਨੂੰ ਵੇਖੋ ਕਿ ਉਹ ਮਾਲਕ ਦਾ ਦਰ, ਮਾਲਕ ਦਾ ਬੂਆ, ਮਾਲਕ ਦੀ ਯਾਦ ਨਹੀਂ ਛੱਡਦਾ। ਕਈ ਵਾਰੀ ਘਰ ਦੇ ਵਿੱਚ ਜਿਨ੍ਹਾਂ ਨੇ ਕੁੱਤੇ ਰੱਖੇ ਨੇ, ਡੋਗੀ ਰੱਖੇ ਹੋਏ ਨੇ, ਯਾਦ ਰੱਖਣਾ ਕਈ ਵਾਰੀ ਘਰ ਦਾ ਮਾਲਕ ਬਾਹਰੋਂ ਕਲਪਿਆ ਆਉਂਦਾ ਹੈ, ਗੁੱਸੇ ਵਿੱਚ ਆਉਂਦਾ ਹੈ, ਕੁੱਤਾ ਆ ਕੇ ਪੈਰਾਂ ਨੂੰ ਪੈਂਦਾ ਹੈ, ਉਹ ਗੁੱਸਾ ਹੋ ਕੇ ਬੋਲਦਾ, ਉਹ ਪਾਸੇ ਹੋ ਕੇ ਬੈਠ ਜਾਂਦਾ। ਉਸਨੂੰ ਪਤਾ ਅੱਜ ਮੇਰਾ ਮਾਲਕ ਤਪਿਆ ਹੋਇਆ, ਮੇਰੇ ਮਾਲਕ ਨੂੰ ਗੁੱਸਾ ਆਇਆ। ਕਈ ਵਾਰੀ ਤੇ ਮਾਲਕ ਡੰਡਾ ਵੀ ਮਾਰ ਦਿੰਦਾ, ਉਹ ਡੰਡਾ ਖਾ ਕੇ ਉੱਥੇ ਬੈਠਾ ਰਹਿੰਦਾ। ਪਰ ਜਦੋਂ ਉਹ ਆਪਣੇ ਨਿਆਣਿਆਂ ਨਾਲ, ਬੱਚਿਆਂ ਨਾਲ ਮਾਲਕ ਬੋਲਦਾ, ਗੱਲਾਂ ਬਾਤਾਂ ਕਰਦਾ, ਕੁੱਤੇ ਨੂੰ ਸਮਝ ਲੱਗ ਜਾਂਦੀ ਵੀ ਹਾਂ ਹੁਣ ਮੇਰਾ ਜਿਹੜਾ ਮਾਲਕ ਉਹ ਠੰਡਾ ਹੋ ਗਿਆ। ਜਾ ਕੇ ਫਿਰ ਪੈਰੀ ਪੈ ਜਾਂਦਾ, ਫਿਰ ਉਸਦੇ ਕੋਲੋਂ ਪਿਆਰ ਲੈ ਲੈਂਦਾ। ਉਸਨੂੰ ਸਾਡੇ ਨਾਲੋਂ ਕਿਤੇ ਜ਼ਿਆਦਾ ਅਕਲ ਹੈ। ਅਸੀਂ ਤਾਂ ਪੂਰੀ ਪੂਰੀ ਜ਼ਿੰਦਗੀ ਜਿਹੜੇ ਕਿ ਨਾਲ ਮਤਭੇਦ ਹੋ ਜਾਂਦਾ ਤੇ ਅੰਦਰ ਦੀ ਉਹ ਗੱਲਾਂ ਭੁਲਾਉਂਦੇ ਨਹੀਂ ਨਾ। ਅਸੀਂ ਤਾਂ ਇੱਕ ਦੂਜੇ ਦੀ ਲੱਤਾਂ ਖਿੱਚਣ ਤੇ ਲੱਗੇ ਰਹਿੰਦੇ, ਇੱਕ ਦੂਜੇ ਦਾ ਵਿਰੋਧ ਪੂਰੀ ਜ਼ਿੰਦਗੀ ਕਰਦੇ ਹਾਂ, ਇੱਕ ਦੂਜੇ ਦੀ ਨਿੰਦਾ ਪੂਰੀ ਜ਼ਿੰਦਗੀ ਕਰਦੇ ਹਾਂ। ਪਰ ਉਹ ਚੰਗਾ ਕਿ ਉਹ ਆਪਣੇ ਮਾਲਕ ਦੇ ਦਰ ਤੇ ਟਿਕਿਆ ਰਹਿੰਦਾ ਹੈ। ਇਸ ਕਰਕੇ ਸਤਿਗੁਰ ਕਹਿੰਦੇ ਤੂੰ ਆਪਣੇ ਜੀਵਨ ਵੱਲ ਵੇਖ, ਕਿਤੇ ਪਰਪੰਚ ਕਰਕੇ ਤੂੰ ਇਹ ਸਾਰਾ ਕੁਝ ਕਰ ਰਿਹਾ। ਔਰ ਤੁਸੀਂ ਵੇਖੋ ਕਈ ਵਾਰੀ ਕੀੜੀ ਨੂੰ ਵੇਖੋ, ਕਿਤਨਾ ਪਿਆਰ ਹੈ। ਇੱਕ ਕੀੜੀ ਨੂੰ ਇੱਕ ਭਰੋਸਾ ਹੈ ਕਿ ਉਹ ਅੰਨ ਦਾ ਦਾਣਾ ਲੈ ਕੇ ਆਉਂਦੀ ਹੈ, ਲਾ ਕੇ ਆਪਣੇ ਖੁੱਡ ਵਿੱਚ ਰੱਖ ਦਿੰਦੀ ਹੈ, ਫਿਰ ਚਲੀ ਜਾਂਦੀ ਹੈ। ਉਸਨੂੰ ਭਰੋਸਾ ਹੈ ਕਿ ਜਿਹੜਾ ਦਾਣਾ ਮੈਂ ਲਿਆਂਦਾ ਹੈ ਨਾ, ਉਹਦੇ ਵਿੱਚੋਂ ਮੈਨੂੰ ਹਿੱਸਾ ਜ਼ਰੂਰ ਮਿਲੇਗਾ, ਜਾਂ ਉਹ ਮੇਰਾ ਹੈ। ਬਾਕੀ ਸਾਥੀ ਉਹਦੇ ਵਿੱਚੋਂ ਕੋਈ ਹਿੱਸਾ ਨਹੀਂ ਲੈਣਗੇ, ਉਹ ਦੁਬਾਰਾ ਲੈਣ ਵਾਸਤੇ ਚਲੀ ਜਾਂਦੀ ਹੈ। ਪਰ ਬੰਦੇ ਦਾ ਬੰਦੇ ਦੇ ਉੱਤੇ ਭਰੋਸਾ ਨਹੀਂ। ਕੋਈ ਚੀਜ਼ ਕਿਤੇ ਰੱਖ ਦਈਏ, 5 ਮਿੰਟ ਬਾਅਦ ਵੇਖੋਗੇ ਨਹੀਂ ਮਿਲਦੀ। ਬੰਦਾ ਤਾਂ ਉਸ ਤੋਂ ਵੀ ਜ਼ਿਆਦਾ ਗਿਆ ਗੁਜ਼ਰਾ, ਮਾਫ ਕਰਨਾ। ਇੱਕ ਕੀੜੀ ਨੂੰ ਆਪਣੇ ਪਰਿਵਾਰ ਤੇ ਆਪਣੇ ਆਲੇ ਦੁਆਲੇ ਦੇ ਜਿਤਨੇ ਵੀ ਕੀੜੇ ਜਾਂ ਕੀੜੀਆਂ ਨੇ ਉਹਨਾਂ ਤੇ ਭਰੋਸਾ ਹੈ ਕਿ ਮੇਰਾ ਜੋ ਹਿੱਸਾ ਉਹ ਮੇਰਾ ਹੀ ਹੋਏਗਾ। ਪਰ ਬੰਦੇ ਦਾ ਬੰਦੇ ਉੱਤੇ ਕੋਈ ਭਰੋਸਾ ਨਹੀਂ ਇਸ ਤਰ੍ਹਾਂ ਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਵੀ ਜੋ ਤੇਰੇ ਵੱਲ ਮੈਂ ਵੇਖਦਾ, ਕਰ ਪਰਪੰਚ ਉਦਰ ਨਿਜ ਪੋਖਿਓ, ਪਸ ਕੀ ਨਿਆਈ ਸੋਇਓ। ਤੂੰ ਪਸ਼ੂਆਂ ਦੇ ਵਾਂਗ ਜ਼ਿੰਦਗੀ ਗੁਜ਼ਾਰ ਰਹੇ। ਫਿਰ ਆਖਣ ਲੱਗੇ ਰਾਮ ਭਜਨ ਕੀ ਗਤ ਨਹੀਂ ਜਾਣੀ। ਪਰਮਾਤਮਾ ਦੇ ਭਜਨ ਦੀ ਜੁਗਤ ਨੂੰ ਤੂੰ ਸਮਝਿਆ ਹੀ ਨਹੀਂ। ਦੇਖੋ ਕਈ ਵਾਰੀ ਜੁਗਤੀ ਅਸੀਂ ਵੀ ਨਹੀਂ ਸਮਝਦੇ। ਯਾਦ ਰੱਖਿਓ, ਸਾਨੂੰ ਪਰਮੇਸ਼ਰ ਦੇ ਭਜਨ ਦੀ ਜੁਗਤ ਆਉਣੀ ਚਾਹੀਦੀ ਹੈ। ਅਸੀਂ ਪਤਾ ਕੀ ਸੋਚਦੇ, ਭਜਨ ਕਰਨਾ ਇਹ ਹੈ ਕਿ ਸਾਰੇ ਕੰਮ ਛੱਡ ਦਈਏ,
ਫਿਰ ਜੋ ਮਾਲਾ ਫੜ ਕੇ ਬਹਿ ਜਾਈਏ ਇਹ ਭਜਨ ਹੁੰਦਾ। ਅਸੀਂ ਤਾਂ ਇਹ ਸੋਚਦੇ ਹਾਂ ਨਾ, ਪਰ ਗੁਰਮਤਿ ਨੂੰ ਪੁੱਛੋ ਵੀ ਸੱਚੇ ਪਾਤਸ਼ਾਹ ਭਜਨ ਕਿਵੇਂ ਕਰਨਾ ਹੈ। ਇੱਥੇ ਤਾਂ ਭਜਨ ਕਰਨ ਦਾ ਤਰੀਕਾ ਹੈ, ਨਾਮ ਕਹਿ ਤਰਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ, ਸਭ ਚੀਤ ਨਿਰੰਜਨ ਨਾਲ। ਇੱਥੇ ਕੰਮ ਛੱਡਣ ਦੀ ਲੋੜ ਨਹੀਂ ਹੈ। ਵਿਹਲੇ ਹੋ ਕੇ ਬੈਠਾਂਗੇ ਜੀ, ਵਿਹਲੇ ਹੋ ਕੇ ਕਿਉਂ ਬੈਠੋਗੇ, ਉਸ ਵੇਲੇ ਕਰੋ। ਸਤਿਗੁਰੂ ਕਹਿੰਦੇ ਭਾਂਡੇ ਵੀ ਮਾਂਜੀ ਜਾਓ, ਨਾਲ ਨਾਲ ਵਾਹਿਗੁਰੂ ਵੀ ਕਹੀ ਜਾਓ। ਨਹੀਂ ਨਾ ਵਿਹਲੇ ਹੋ ਕੇ ਕਰਾਂਗੇ, ਵਿਹਲੇ ਹੋਵੋਗੇ ਕਦੀ? ਜਿਹੜੀ ਗ੍ਰਸਤੀ ਜੀਵਨ ਨੂੰ ਤੁਸੀਂ ਪਾਲਦੇ ਜੇ, ਉਹਦੇ ਵਿੱਚ ਬੰਦਾ ਕਦੀ ਵਿਹਲਾ ਨਹੀਂ ਹੁੰਦਾ, ਕਦੀ ਵਿਹਲਾ ਨਹੀਂ ਹੋ ਸਕਦਾ ਬੰਦਾ। ਔਰ ਤੁਸੀਂ ਕਹੋਗੇ ਜਦੋਂ ਵਿਹਲੇ ਹੋਵਾਂਗੇ ਫਿਰ ਭਜਨ ਕਰਾਂਗੇ, ਜਦੋਂ ਵਿਹਲੇ ਹੋਵਾਂਗੇ ਫਿਰ ਦੇਖਾਂਗੇ, ਫਿਰ ਪਾਠ ਕਰਾਂਗੇ। ਵਿਹਲੇ ਨਹੀਂ ਹੋਣਾ, ਵੇਲ ਮਿਲਣੀ ਕੋਈ ਨਹੀਂ ਜ਼ਿੰਦਗੀ ਦੇ ਅੰਦਰ। ਇਸ ਕਰਕੇ ਗੁਰਮਤਿ ਨੇ ਜੋ ਤੱਤ ਬਖਸ਼ੇ ਨਾ ਸਾਨੂੰ ਇਹ ਕਿਹਾ ਸਤਿਗੁਰੂ ਨੇ ਕਿ ਤੁਸੀਂ ਕੰਮ ਕਰਦਿਆਂ ਪਰਮੇਸ਼ਰ ਨੂੰ ਯਾਦ ਕਰਨਾ, ਕੰਮ ਕਰਦਿਆਂ ਬੰਦਗੀ ਕਰਨੀ ਹੈ। ਔਰ ਜਿਹੜੇ ਬੰਦੇ ਕਹਿੰਦੇ ਜਦੋਂ ਵਿਹਲੇ ਹੋ ਜਾਵਾਂਗੇ ਨਾ ਉਦੋਂ ਪਾਠ ਕਰਿਆ ਕਰਾਂਗੇ, ਅਜੇ ਕੰਮ ਬੜੇ ਨੇ, ਵਿਹਲੇ ਹੋ ਜਾਵਾਂਗੇ ਫਿਰ ਗੁਰਦੁਆਰੇ ਆਇਆ ਕਰਾਂਗੇ। ਤੁਸੀਂ ਨਹੀਂ ਆ ਸਕਦੇ ਭਾਈ, ਕਿਉਂਕਿ ਜ਼ਿੰਦਗੀ ਤਾਂ ਕਦੀ ਵਿਹਲਾ ਹੋਣ ਹੀ ਨਹੀਂ ਦਿੰਦੀ। ਪ੍ਰਾਣ ਨਿਕਲ ਜਾਂਦੇ ਨੇ, ਬੰਦਾ ਕਦੀ ਵਿਹਲਾ ਨਹੀਂ ਹੁੰਦਾ। ਉਚਾਰਨ ਕਰੋ ਸਤਨਾਮ। ਜ਼ਿੰਦਗੀ 'ਚ ਵੇਲ ਹੈ ਹੀ ਨਹੀਂ ਕਦੀ। ਇਹ ਮਨੁੱਖਾ ਜੀਵਨ ਕਦੀ ਵਿਹਲਾ ਨਹੀਂ ਹੋ ਸਕਦਾ। ਇਸ ਕਰਕੇ ਸਾਨੂੰ ਤੇ ਸਤਿਗੁਰੂ ਨੇ ਤਰੀਕਾ ਹੀ ਇਹ ਦੱਸਿਆ। ਜਿਹੜੇ ਲੋਕ ਕਹਿੰਦੇ ਵਿਹਲੇ ਹੋ ਕੇ ਕਰਾਂਗੇ ਬੰਦਗੀ, ਉਹਨਾਂ ਨੇ ਘਰ-ਬਾਰ ਛੱਡ ਦਿੱਤੇ, ਜੰਗਲਾਂ ਨੂੰ ਚਲੇ ਗਏ, ਉਹ ਘਰ-ਬਾਰ ਛੱਡ ਦਿੱਤੇ, ਤੀਰਥਾਂ ਤੇ ਜਾ ਕੇ ਡੇਰੇ ਬਣਾ ਲਏ। ਪਰ ਮਿਲਿਆ ਕਿ ਉਹਨਾਂ ਨੂੰ? ਜਿਹੜੀ ਗੱਲ ਗੁਰੂ ਸਾਹਿਬ ਨੇ ਪਿੱਛੇ ਕਹੀ, ਕਹਾਂ ਪਿਓ ਜੋ ਮੂੰਡ ਮੁੰਡਾਇਓ ਭਗਵੋ ਕਿਨੋ, ਇਹ ਭੇਗ ਧਾਰਨ ਕਰ ਲਿਆ, ਉਪਦੇਸ਼ ਤਾਂ ਗ੍ਰਹਿਣ ਕੋਈ ਕੀਤਾ ਹੀ ਨਹੀਂ। ਇਸ ਕਰਕੇ ਗੁਰੂ ਸਾਹਿਬ ਜੀ ਦਾ ਇਹ ਉਪਦੇਸ਼ ਹੈ ਭਾਈ ਕਿ ਜੀਵਨ ਦੇ ਅੰਦਰ ਪਰਮਾਤਮਾ ਦੇ ਭਜਨ ਦੀ ਜੁਗਤ ਸਿੱਖ, ਗਤ ਸਿੱਖ, ਤਰੀਕਾ ਸਿੱਖ। ਵਿਹਲਾ ਹੋ ਕੇ ਨਹੀਂ, ਕੰਮ ਕਰਦਿਆਂ ਤੈਨੂੰ ਜੁਗਤ ਆਉਣੀ ਚਾਹੀਦੀ। ਭਗਤਾਂ ਨੇ ਆਪਣੇ ਕੰਮ ਕਰਦਿਆਂ ਪਰਮਾਤਮਾ ਨੂੰ ਸਿਮਰਿਆ। ਦੇਖੋ ਨਾ ਤੁਸੀਂ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਪਿਆਰਾ ਸ਼ਬਦ ਉਚਾਰਨ ਕੀਤਾ, ਆਖਣ ਲੱਗੇ ਗੋਬਿੰਦ 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 ਸੰਗ ਨਾਮ ਦੇਵ ਮਲ ਲੀਨਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ। ਕੰਮ ਕਰਦੇ ਨੇ ਨਾਲ ਗੋਬਿੰਦ ਗੋਬਿੰਦ ਵੀ ਕਰਦੇ ਆ। ਫਿਰ ਜੋ ਕਬੀਰ ਸਾਹਿਬ ਦਾ ਜ਼ਿਕਰ ਕੀਤਾ, ਕਹਿੰਦੇ ਬੁੰਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਾ ਇਹੋ ਗੁਨੀ ਹੀਰਾ। ਪਾਓ ਕਿ ਸੰਸਾਰ ਦੇ ਜੰਜਾਲ ਛੱਡ ਕੇ, ਚਿੰਤਾਵਾਂ ਛੱਡ ਕੇ, ਕਿਉਂਕਿ ਉਹਨਾਂ ਨੇ ਆਪਣਾ ਕੰਮ ਆਖਰੀ ਵਕਤ ਤੱਕ ਕੀਤਾ, ਪਰ ਉਹਨਾਂ ਨੇ ਸਾਡੇ ਤਰ੍ਹਾਂ ਜੰਜਾਲ ਦੇ ਵਿੱਚ ਨਹੀਂ ਪਏ। ਕਿਉਂਕਿ ਕੰਮ ਕਰਨਾ ਜੀਵਨ ਦਾ ਫਰਜ਼ ਹੈ, ਮਨੋਰਥ ਹੈ। ਕੰਮ ਤੋਂ ਬਾਅਦ ਉਸ ਦੀਆਂ ਵੱਡੀਆਂ ਲਾਲਸਾਵਾਂ ਰੱਖਣੀਆਂ, ਇਹ ਸਾਡਾ ਕੰਮ ਨਹੀਂ ਹੈ। ਸਾਡਾ ਕੰਮ ਕਰਨਾ ਫਰਜ਼ ਹੈ। ਦਾਤੇ ਦੀ ਮਿਹਰ ਹੈ, ਜੋ ਸਾਡੇ ਕੰਮ ਤੋਂ ਖੁਸ਼ ਹੋ ਕੇ ਦੇਵੇਗਾ ਉਸਦੀ ਮਰਜ਼ੀ ਹੈ। ਗੁਲਾਮ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ, ਉਹਦਾ ਮਾਲਕ ਦੇ ਹੱਥ ਵਿੱਚ ਹੈ, ਜੋ ਮਾਲਕ ਖੁਸ਼ ਹੋ ਕੇ ਦੇ ਦੇਵੇ। ਦਾਸ ਨੇ ਹੁਣੇ ਇੱਕ ਸ਼ਬਦ ਪੜ੍ਹਿਆ ਕਬੀਰ ਸਾਹਿਬ ਦਾ। ਕਬੀਰ ਸਾਹਿਬ ਕਹਿੰਦੇ ਨੇ, ਨਾਮ ਤੇਰਾ ਆਧਾਰ ਮੇਰਾ, ਜੋ ਫੂਲ ਜਈ ਹੈ ਨਾਰ, ਕਹਿ ਕਬੀਰ ਗੁਲਾਮ ਕਰ ਕਾ ਜੀ ਆਏ ਭਾਵੇਂ ਮਾਰ। ਅਸੀਂ ਤੇਰੇ ਘਰ ਦੇ ਗੁਲਾਮ ਹੈ, ਤੇਰੀ ਇੱਛਾ ਜਿਵੇਂ ਮਰਜ਼ੀ ਰੱਖ। ਗੁਲਾਮ ਦੀ ਆਪਣੀ ਕੋਈ ਮਰਜ਼ੀ ਨਹੀਂ ਜੇ ਹੁੰਦੀ। ਉਹ ਤਾਂ ਗੁਰੂ ਸਾਹਿਬ ਜੀ ਦੇ ਭਰੋਸੇ, ਬਸ ਉਸਦਾ ਆਪਣਾ ਕੰਮ ਹੈ, ਫਰਜ਼ ਹੈ, ਕੰਮ ਕਰੀ ਜਾਂਦਾ ਹੈ। ਜੋ ਅਕਾਲ ਪੁਰਖ ਵਾਹਿਗੁਰੂ ਨੇ ਦਾਤ ਦੇ ਦਿੱਤੀ ਉਹਦਾ ਸ਼ੁਕਰਾਨਾ ਕਰਦਾ ਹੈ। ਨਹੀਂ ਕਰਦਾ ਤਾਂ ਵੀ ਗੱਲਾਂ ਨਹੀਂ ਕਰਦਾ। ਆਪਣੇ ਕਰਮਾਂ ਨੂੰ ਕਹਿੰਦਾ, ਮਹਾਰਾਜ ਮੇਰੇ ਕਰਮ 'ਚ ਕੋਈ ਘਾਟ ਰਹਿ ਗਈ ਹੋਣੀ ਹੈ, ਮੈਨੂੰ ਤਰੀਕਾ ਨਹੀਂ ਆਇਆ ਹੋਣਾ ਕੰਮ ਕਰਨ ਦਾ। ਦੇਖੋ ਨਾ, ਜੀਵਨ ਦੋ ਤਰ੍ਹਾਂ ਦੇ ਲੋਕ ਜੀ ਰਹੇ ਨੇ। ਇੱਕ ਭਾਈ ਜੇਠਾ ਜੀ ਵਾਂਗ ਜੀ ਰਹੇ ਨੇ, ਇੱਕ ਭਾਈ ਰਾਮਾ ਜੀ ਵਾਂਗ ਜੀ ਰਹੇ ਨੇ। ਆਪਾਂ ਉਹਨਾਂ ਗੱਲਾਂ ਵਿੱਚੋਂ ਸਿੱਖਿਆ ਲਈਏ। ਭਾਈ ਰਾਮਾ ਜੀ ਕਹਿੰਦੇ ਨੇ, ਸਵੇਰ ਤੁਸੀਂ ਦੱਸ ਕੇ ਕੁਝ ਹੋਰ ਜਾਣਦੇ ਹੋ, ਸ਼ਾਮ ਨੂੰ ਅਸੀਂ ਥੜਾ ਬਣਾ ਦਿੰਦੇ ਹਾਂ, ਠੀਕ ਬਣਦਾ, ਫਿਰ ਕਹਿੰਦੇ ਠੀਕ ਨਹੀਂ ਬਣਿਆ, ਹੁਣ ਤੁਹਾਡੀ ਉਮਰ 95 ਸਾਲ ਦੀ ਹੋ ਗਈ ਹੈ। ਗੁਰੂ ਸਾਹਿਬ ਜੀ ਨੂੰ ਕਹਿੰਦੇ ਨੇ। ਭਾਈ ਜੇਠਾ ਜੀ ਕਹਿੰਦੇ, ਸੱਚੇ ਪਾਤਸ਼ਾਹ ਤੁਸੀਂ ਸਵੇਰੇ ਸਹੀ ਦੱਸ ਕੇ ਜਾਂਦੇ ਹੋ, ਮੇਰੇ ਕੋਲ ਮੱਤ ਘੱਟ ਹੈ, ਮੈਂ ਭੁੱਲ ਜਾਂਦਾ, ਥੜਾ ਗਲਤ ਬਣ ਜਾਂਦਾ ਹੈ। ਇਹ ਦੋ ਸੋਚਾਂ ਦੇ ਲੋਕ ਹੀ ਜੀ ਰਹੇ ਸੰਸਾਰ 'ਚ। ਜਿਹੜੇ ਗੁਰੂ ਹੁਕਮ ਦੇ ਵਿੱਚ ਉਹ ਕਹਿੰਦੇ ਨੇ, ਸੱਚੇ ਪਾਤਸ਼ਾਹ ਵੀ ਜੋ ਸਾਡੇ ਕੋਲ ਮੱਤ ਘੱਟ ਹੈ, ਤੂੰ ਸਹੀ ਦੱਸਦਾ, ਅਸੀਂ ਸਹੀ ਕਰ ਨਹੀਂ ਪਾਉਂਦੇ।
और एक ਉਹਨੇ ਜਿਹੜੇ ਕਹਿੰਦੇ ਨੇ ਤੈਨੂੰ ਤੇ ਪਤਾ ਹੀ ਨਹੀਂ ਰਹਿੰਦਾ, ਤੂੰ ਦੱਸ ਦਿੰਦਾ ਅਸੀਂ ਕਰਦੇ ਆ ਤੇ ਸ਼ਾਮ ਨੂੰ ਤੂੰ ਕਹਿੰਦਾ ਗਲਤ ਹੈ। ਅਸੀਂ ਉਸ ਸੋਚ ਵਿੱਚ ਜਿਉਂਦੇ ਹਾਂ। ਸੋਚ ਇਹ ਹੋਣੀ ਚਾਹੀਦੀ ਹੈ, ਸੱਚੇ ਪਾਤਸ਼ਾਹ ਤੁਸੀਂ ਦੱਸਿਆ ਸੀ, ਮੇਰੇ ਕੋਲ ਉਸ ਤਰ੍ਹਾਂ ਹੋ ਨਹੀਂ ਸਕਿਆ ਜਿਵੇਂ ਭਾਈ ਜੇਠਾ ਜੀ ਨੇ ਕਿਹਾ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ। ਮੈਂ ਸਹੀ ਥੜਾ ਬਣਾ ਨਹੀਂ ਸਕਿਆ ਮੇਰੇ ਕੋਲ, ਕਿਉਂਕਿ ਮਤ ਘੱਟ ਹੈ। ਤੁਸੀਂ ਆਪ ਕਿਰਪਾ ਕਰੋ ਵੀ ਮੈਂ ਚੰਗਾ ਥੜਾ ਬਣਾ ਸਕਾਂ ਤੁਹਾਡੇ ਬੈਠਣ ਜੋ। ਫਿਰ ਕਿਰਪਾ ਹੋ ਗਈ ਸਤਿਗੁਰ ਦੀ। ਜਿਵੇਂ ਹੀ ਗੁਰੂ ਸਾਹਿਬ ਦੇ ਚਰਨਾਂ ਝੁਕੇ, ਸੱਚੇ ਪਾਤਸ਼ਾਹ ਮੈਨੂੰ ਮਤ ਦਿਓ, ਗੁਰੂ ਸਾਹਿਬ ਨੇ ਆਪਣੇ ਚਰਨਾਂ ਵਿੱਚੋਂ ਉਠਾਲ ਕੇ ਆਪਣੀ ਗਲਵਕੜੀ ਵਿੱਚ ਲੈ ਕੇ ਗਿਆ, ਭਾਈ ਜੇਠਾ ਮੈਂ ਕਿੰਨਾ ਚਿਰ ਤੋਂ ਉਡੀਕ ਕਰਦਾ ਸਾਂ ਕਿ ਤੂੰ ਕਦੋਂ ਡਿੱਗੇ ਹਾਰੇ। ਜਿਹੜਾ ਹਾਰ ਜਾਂਦਾ ਹੈ ਨਾ, ਜਿਹੜਾ ਕਹਿੰਦਾ ਸਤਿਗੁਰ ਪਾਤਸ਼ਾਹ ਮੇਰੀ ਇਹ ਮਤ ਜਿਹੜੀ ਹੈ ਉਹ ਹੁਣ ਕਿਸੇ ਯੋਗ ਨਹੀਂ, ਜਿਹੜਾ ਆਪਣੀ ਹਉਮੈ ਹੰਕਾਰ ਛੱਡ ਦਿੰਦਾ ਔਰ ਗੁਰੂ ਚਰਨਾਂ 'ਚ ਪੈ ਜਾਂਦਾ, ਗੁਰੂ ਉਸਨੂੰ ਗਲਵਕੜੀ ਵਿੱਚ ਲੈ ਲੈਂਦਾ ਹੈ। ਇਹ ਗੁਰੂ ਸਾਹਿਬ ਦਾ ਬਿਰਦ ਹੈ, ਇਹ ਗੁਰੂ ਸਾਹਿਬ ਜੀ ਦਾ ਸੁਭਾਅ ਹੈ। ਬਸ ਮੈਂ ਉਡੀਕ ਕਰਦਾ ਸੀ ਕਦੋਂ ਤੂੰ ਹਾਰ ਕੇ ਕਹੇਂਗਾ ਮੇਰੇ ਕੋਲੋਂ ਨਹੀਂ ਹੋਣਾ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ। ਬਸ ਉਸ ਵੇਲੇ ਗਲਵਕੜੀ ਵਿੱਚ ਲੈ ਕੇ ਉਸ ਦਿਨਾਂ ਹੀ ਰਾਜ ਤਖਤ ਦੇ ਦਿੱਤਾ। ਰਾਜ ਤਖਤ ਦੇਣ ਗੁਰੂ ਰਾਮਦਾਸ, ਗੁਰੂ ਰਾਮਦਾਸ ਨੂੰ ਰਾਜ ਤਖਤ ਦੇ ਦਿੱਤਾ ਸਤਿਗੁਰ ਨੇ। ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ। ਇਸ ਕਰਕੇ ਜਦੋਂ ਆਪਣੇ ਜੀਵਨ ਨੂੰ ਭਾਈ ਜੀਵੋ ਨਾ, ਤੇ ਭਾਈ ਜੇਠਾ ਜੀ ਵਾਂਗ ਜੀਵੋ, ਭਾਈ ਰਾਮਾ ਜੀ ਵਾਂਗ ਨਹੀਂ ਕਿ ਗੁਰੂ ਨੂੰ ਕਹੀ ਜਾਣਾ ਵੀ ਤੁਹਾਨੂੰ ਤੇ ਮਤ ਕੋਈ ਨਹੀਂ, ਤੁਸੀਂ ਦੱਸਦੇ ਕੁਝ ਹੋਰ ਹੋ, ਸਾਹਿਬ ਨੂੰ ਕੁਝ ਹੋਰ ਕਹਿ ਦਿੰਦੇ। ਇਹ ਸਿੱਖ ਦਾ ਹੋਛਾਪਨ ਹੋ ਸਕਦਾ। ਇਸ ਕਰਕੇ ਆਪਾਂ ਨੂੰ ਤਰੀਕਾ ਸਿੱਖਣਾ ਪੈਣਾ ਭਾਈ ਜੇਠਾ ਜੀ ਤੋਂ ਕਿ ਭਜਨ ਬੰਦਗੀ ਸੇਵਾ ਸਿਮਰਨ ਕਿਵੇਂ ਕਰਨਾ ਚਾਹੀਦਾ, ਗੁਰੂ ਦੇ ਹੁਕਮ ਵਿੱਚ ਕਿਵੇਂ ਰਹਿਣਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਆਖ ਰਹੇ ਨੇ, ਰਾਮ ਭਜਨ ਕੀ ਗਤ ਨਹੀਂ ਜਾਣੀ। ਹੈ ਸੱਚੇ ਪਾਤਸ਼ਾਹ ਮੈਂ ਪਰਮਾਤਮਾ ਦੇ ਭਜਨ ਦੀ ਜੁਗਤੀ ਨੂੰ ਨਹੀਂ ਜਾਣਿਆ। ਜੁਗਤ ਕੀ ਸੀ? ਹੱਥਾਂ ਪੈਰਾਂ ਨਾਲ ਕੰਮ ਕਰਦਿਆਂ ਗੁਰੂ ਕੇ ਉਪਦੇਸ਼ ਵਿੱਚ ਰਹਿਣਾ, ਗੁਰੂ ਦੇ ਹੁਕਮ ਵਿੱਚ ਰਹਿਣਾ। ਅਸੀਂ ਬੈਠ ਕੇ ਮਾਲਾ ਫੇਰ ਲੈਂਦੇ ਹਾਂ, ਪਾਠ ਕਰ ਲੈਂਦੇ ਹਾਂ, ਪਰ ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਨਹੀਂ ਰਹਿੰਦੇ। ਤੇ ਇਸ ਦਾ ਅਰਥ ਹੈ ਜੀ ਜੁਗਤੀ ਨਹੀਂ ਆਈ। ਹੁਕਮ ਵਿੱਚ ਰਹਿਣਾ ਹੀ ਸਿੱਖੋ ਜੁਗਤੀ ਹੈ, ਕਿਉਂਕਿ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਆਪ ਨੇ ਭਾਣੇ ਜੋ ਚਲੇ ਭਾਈ ਵਿਛੜ ਚੋਟਾ ਖਾਵੇ, ਵਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਪਛੋਤਾਵੇ। ਤੇ ਮਰ ਕਹਿੰਦੇ ਹਰ ਕੇ ਦਾਸ ਸੁਹੇਲੇ ਭਾਈ, ਹਰੀ ਦੇ ਦਾਸ ਹਮੇਸ਼ਾ ਸੁਖੀ ਰਹਿੰਦੇ ਨੇ, ਕਿਉਂਕਿ ਜਨਮ ਜਨਮ ਕੇ ਕਿਲਵਿਖ ਦੁੱਖ ਕਾਟੇ ਆਪੇ ਮੇਲ ਮਿਲਾਈ। ਗੁਰੂ ਕਿਰਪਾ ਕਰ ਦਿੰਦਾ ਉਹਨਾਂ ਦੇ ਉੱਤੇ। ਇਸ ਕਰਕੇ ਜੁਗਤੀ ਸਿੰਪਲ ਜਿਹੀ ਹੈ ਬਾਣੀ ਵਿੱਚ। ਮਰ ਕਹਿੰਦੇ ਕੰਮਕਾਰ ਕਰ, ਕਿਰਤ ਕਰ, ਪਰਿਵਾਰ 'ਚ ਰਹਿ, ਕੰਮਕਾਰ ਕਰਦਿਆਂ ਉਸਨੂੰ ਯਾਦ ਰੱਖ, ਉਹਦੇ ਡਰ ਵਿੱਚ ਰਹਿ, ਉਹਦੇ ਭੈ ਵਿੱਚ ਰਹਿ। ਜਦੋਂ ਡਰ ਵਿੱਚ ਰਹੇਗਾ ਨਾ, ਤੇਰੇ ਕੋਲੋਂ ਕੋਈ ਗਲਤ ਕੰਮ ਨਹੀਂ ਹੋਏਗਾ। ਕੋਈ ਵੀ ਕੰਮ ਅਸੀਂ ਕਰਦੇ ਹਾਂ, ਭਾਵੇਂ ਅਸੀਂ ਟੀਚਰ ਹਾਂ, ਡਾਕਟਰ ਹਾਂ ਜਾਂ ਕੋਈ ਹੋਰ ਕੰਮ ਹੈ, ਤੇ ਅਸੀਂ ਇਮਾਨਦਾਰੀ ਨਾਲ ਆਪਣੀ ਕਿਰਤ ਨੂੰ ਕਰੀਏ। ਜੇ ਟੀਚਰ ਹੈ, ਇਮਾਨਦਾਰੀ ਨਾਲ ਬੱਚਿਆਂ ਨੂੰ ਪੜ੍ਹਾਈਏ। ਸਾਡੀ ਇਹੀ ਭਜਨ ਕਰਨ ਦੀ ਜੁਗਤੀ ਹੈ। ਪਰ ਅਸੀਂ ਕੀ ਕਰਦੇ ਹਾਂ ਕਿ ਸਕੂਲ 'ਚ ਪੜ੍ਹਾਉਣਾ ਨਹੀਂ, ਬੱਚਿਆਂ ਨੂੰ ਤੰਗ ਕਰਨਾ, ਤੇ ਫਿਰ ਬੱਚੇ ਟਿਊਸ਼ਨ ਲੈਣ ਆਉਂਦੇ ਨੇ, ਫਿਰ ਉਹਨਾਂ ਕੋਲੋਂ ਮੋਟੀਆਂ ਮੋਟੀਆਂ ਫੀਸਾਂ ਲੈਣੀਆਂ। ਤੇ ਇਹ ਭਜਨ ਕਰਨ ਦੀ ਜੁਗਤੀ, ਰੱਬ ਪ੍ਰਸੰਨ ਨਹੀਂ ਹੋਏਗਾ ਹੈ ਜੀ। ਅਸੀਂ ਜੋ ਹਸਪਤਾਲ ਦੇ ਵਿੱਚ ਲੋਕਾਂ ਦੀ ਧੌਣ ਵੜਦੇ ਹਾਂ, ਮਾਲਾ ਵੀ ਫੜ ਕੇ ਬਹਿ ਜਾਈਏ, ਕੋਈ ਲਾਭ ਨਹੀਂ ਹੋਣਾ, ਕਿਉਂਕਿ ਉੱਥੇ ਅਸੀਂ ਇਲਾਜ ਕਰਨਾ ਸੀ ਇਮਾਨਦਾਰੀ ਨਾਲ, ਡਰ ਕੇ ਵੀ ਰੱਬ ਸਾਨੂੰ ਦੇਖ ਰਿਹਾ, ਰੱਬ ਸਾਨੂੰ ਵੇਖ ਰਿਹਾ, ਇਮਾਨਦਾਰੀ ਨਾਲ ਕੰਮ ਕਰਨਾ ਸੀ। ਕੋਈ ਬੰਦਾ ਮੰਨ ਲਓ ਕਿ ਐਕਸੀਡੈਂਟ ਹੋਇਆ ਜਾਂ ਕੋਈ ਵੱਡੀ ਬਿਮਾਰੀ, ਅਚਨਚੇਤ ਬੰਦਾ ਆਇਆ ਤੜਫ ਰਿਹਾ, ਤੇ ਡਾਕਟਰ ਦਾ ਫਰਜ਼ ਸੀ ਪਰਿਵਾਰ ਨੂੰ ਭਰੋਸੇ ਵਿੱਚ ਲੈ ਕੇ ਕਹਿਣਾ ਕੋਈ ਨਹੀਂ, ਸਾਡੇ ਕੋਲ ਪਹੁੰਚ ਕੇ ਹੁਣ ਠੀਕ ਹੋ ਜਾਏਗਾ, ਤੁਹਾਡਾ ਖਰਚਾ ਵੀ ਬਹੁਤਾ ਨਹੀਂ ਹੋਣਾ। ਉਹਨਾਂ ਨੂੰ ਭਰਵਾਸਾ ਦੇਣਾ ਸੀ ਕੰਮ। ਪਰ ਵੇਖ ਲਿਆ ਵੀ ਹੁਣ ਜੋ ਮੁਰਗੀ ਫਸੀ ਹੋਈ ਹੈ, ਹੁਣ ਤਾਂ ਵੱਢ ਲਓ ਇਸ ਨੂੰ। ਫਿਰ ਤੂੰ ਡਾਕਟਰ ਨਹੀਂ, ਫਿਰ ਰੱਬ ਦੀ ਦਰਗਾਹ ਵਿੱਚ ਜਦੋਂ ਲੇਖਾ ਹੋਣਾ, ਤੇ ਉਸ ਵੇਲੇ ਮਹਾਰਾਜ ਨੇ ਕਹਿਣਾ ਵੀ ਤੂੰ ਮੇਰੇ ਭੈ ਵਿੱਚ ਰਹਿ ਕੇ ਕੰਮ ਨਹੀਂ ਕੀਤਾ, ਡਾਕਟਰੀ ਮੇਰੇ ਭੈ ਵਿੱਚ ਰਹਿ ਕੇ ਨਹੀਂ ਕੀਤੀ, ਟੀਚਰ ਹੈ ਮੇਰੇ ਭੈ ਵਿੱਚ ਰਹਿ ਕੇ ਤੂੰ ਪੜ੍ਹਾਇਆ ਨਹੀਂ। ਏਸੀ ਕੰਮ ਤੇ ਇਹ ਸੀ ਸਾਡਾ। ਉਹਦੇ ਭੈ ਵਿੱਚ ਰਹਿ ਕੇ ਕੋਈ ਵੀ ਕੰਮ ਆਪਾਂ ਕਰਦੇ, ਭੈ 'ਚ ਰਹੀਏ ਵੀ ਰੱਬ ਸਾਡੇ ਕੰਮ ਨੂੰ ਦੇਖ ਰਿਹਾ, ਅਸੀਂ ਕਿਸੇ ਨਾਲ ਗਲਤ ਨਾ ਕਰੀਏ। ਇਹੀ ਗਤ ਹੈ ਰਾਮ ਭਜਨ ਦੀ।
पर ये महाराज कहने मैं जुगती समझी नहीं, राम भजन की गत नहीं जानी, माया हाथ बिकाना, मैं माया दे हथों बिक गया, माया दे हथों साधु कहने बिक गया। तो फिर कहने लगे उर्ज रहो विख्यान संग बोरा, महाराज कहते ये झल्ला मनुख इस विख्या दे विच ही मगन रहा, राम रतन विसराना, परमात्मा दा रतन रूपी जिहड़ा नाम सी उन्होंने विसार दिता, माया दे विच ही फसिया रहा, मगन रहा हर वेले। कहते सब तो प्यारी विचार जा भजन बंदगी का तरीका गुरमत ने सानू दसिया, कोई कर्म कांड नहीं करने की लोड़, तुसी जो भी करते हो ना ये समझ के करो कि रब सानू देख रहा, बस जिहड़ी भी सेवा करते हो किसी भी फील्ड में विचारते हो, बस ये समझ के करो भी रब सानू देख रहा, रब साडे नाल है, किसी दे नाल गलत ना करिए, जो जायज़ है वो हक लैना फर्ज है सिख दा। एक बार एक सिख ने महाराज नूं पुछया ये सच्चे पातशाह किरत किदां करनी चाहिए, और कोई ऐसा है जिहड़ा किरत करदे रब नूं याद रखदा होवे। ते गुरु साहब जी ने सिख नूं भेज दिता अपने सिख दे कोल, भाई बन्नू दे कोल। भाई बन्नू किरत करदा सी, इसदा घिओ दा व्यापार सी, बहुत बड़ा व्यापारी सी। हुण जदों ये किरत सीधा उसे किरत ते पहुंच गया जिथे कि भाई बन्नू घिओ दा काम करदा सी, उत्थे कोई ग्राहक आया ते दोनों की आपस में एक पैसे के उत्ते लड़ाई चल रही सी। वो कहंदा एक पैसा मैं देना नहीं, भाई बन्नू कहंदा भी एक पैसा मेरी हक की कमाई है, मैं घिओ तां देना जे एक पैसा देगा, नहीं तो तू छड़ जा समान। बड़ी देर हो गई सिख देखता रहा भी एक पैसे के पिछे इतनी बड़ी गल्लां हो रही ने। वो कहंदा एक पैसा पहला दे तां मैं तैनूं समान दांगा। खैर भाई बन्नू ने एक पैसा ले ही लिया, क्योंकि कहंदे यही मैनूं बचना ते मेरी हक की कमाई, मैं छड्डना कोई नहीं, हक की कमाई नहीं छड्डन लग्या। हुण सारी गलबात हो गई, वो सिख जिहड़ा सी वो देख रहा सी, देखता रहा। तो जदों चला गया बंदा घिओ लैके आखण लगा जी मैं गुरु साहब जी ने तुहाडे कोल भेजिया, मैं तुहाडे कोल आया सी, आओ भाई। उस वेले भाई बन्नू ने दुकान बंद की, घर लै गया। घर जाके पूछा भी भाई दसो जल पानी की छकना है, चाहे स्नान करना, दूरों चल के आए हो? कहते हाँ स्नान करना। कहते जो किस तरह करना है, गर्म पानी ठंडे पानी नाल किवें करना है? कहते घिओ नाल करना है। सिख कहण लगा इस नाल घिओ दान करना है। भाई बन्नू का जिगरा वेखो, एक पीपा घिओ का जिथे स्नान कर उत्थे रख दिता, और एक गड़वी भर के डोल भी दिता, तो एक गड़वी उत्थे रख भी दी। ये बड़ा हैरान, एक गड़वी डोल भी दी, एक गड़वी उत्थे रख दी, पूरा घिओ का पीपा 15 किलो का तू इत्थे रख दिता, उत्थे एक पैसे के उत्ते लड़दा सी। बस कहंदा यह फर्क, इत्थे सेवा है, उत्थे मेरी किरत है। जे मैं 10 नूहां की किरत ना करा, हक हलाल की कमाई ना खावां, तो इत्थे मैं ये गड़वियां नहीं डोल सकदा। इत्थे तो मैं सारा व्यापार गुरु दे उत्ते डोल सकदा, सब कुछ गुरु दे वास्ते ला सकदा। उत्थे मेरी किरत है और इत्थे गुरु की सेवा, क्योंकि तू गुरु का सिख आए, गुरु साहब ने तेनों भेजा। इत्थे एक पीपे की गल ना कर, जे तू कहे मैं सारे पीपे तेरे उत्ते रोड़ देंगा, क्योंकि इत्थे सेवा की गल है। पर उत्थे मैं 10 नूहां की किरत करदा, मेरे गुरु का उपदेश है। मेरे गुरु ने आख्या कि हक पराया नानका उस सुअर उस गाय, गुर पीर हामा तां पर जा मुरदार ना खाए। गुरु पीर ने हामी भरनी, जे मुरदार नहीं खाना, कहने मैं मुरदार नहीं खाऊंगा, मैं 10 नूहां की किरत करके खाऊंगा, अपना हक जरूर लेना। हक लेना कोई गुनाह नहीं, सारे काम करो अपने हकों वास्ते, सारिਆਂ ਨੂੰ करना चाहिए, जरूरी भी है। मैं इस हक में हाँ, जे तो दुकानदार दुकान पर बैठा है, उसका हक उसनों मिलना चाहिए। मेरा अपना मन ये है कि जिथे भी जाईदा ना, जे दुकानदार कहते भी इतने पैसे बनते ने, तो मैं उस वेले उन्होंने दे छड़दा है। मैं एक गल कहना हुंदा भी उतना ही कटियो जितना थोड़ा हक है, जितना थोड़ा हक बनता भाई उतना ही कटियो। क्यों? क्योंकि हक उन्होंने भी चाहिए, उन्होंने अपने बच्चे नहीं पालने। तो तुसीं उन्होंने नाल कर जाओ, नहीं जी 2 रुपए घट कर लो, 5 रुपए घट कर लो। रेहड़ी वाले नाल अपन देखिए तो जो रिक्शा वालों के नाल 2-2 रुपए के पिछे झगड़ते फिरते हैं।
हाँ जे लगता भी जायज़, हाँ जे वो 2 रुपए की चीज़ 100 रुपए च बेचे फिर तो जायज़ नहीं ना है, पर जे वो जायज़ हक मंग रहा तो चाहिए। एक बारी मैं ना बरेली विच सी ते रिक्शे वाले नूं कीता, बरेली ने लखनऊ दे विच सेवा उस वेले दास दी चल रही सी। रिक्शे वाले नूं कहा कितने रुपए लैने, कहन लगा जी मैं ना 10 रुपए लैने। मैं कहा यार लगते तो 5 ने, कहना जी 5 ही दे दिओ। लगते 5 ही सी, पर मैं उत्थे जाके उन्होंने 10 रुपए दिते। वो कहता जी क्यों, मैं कहा रख लै, तू मेहनत करके इत्थे आया। तो वो मेरी पैरी गुरुद्वारे अगे लाया सी मैनू, तो पैरी हथ लाने लग पे। मैं क्यों, कहने पहली बार कोई बंदा वेख्या जिहड़ा 10 मंगे सन तो तुसीं कहा 5 लगते ने। मैं कहा चलो 5 लगते ने, 5 तो है ही ने, पक्के ही ने। तो कहना तुसीं 10 क्यों दे रहे हो। मैं कि तू की मेहनत, मैं देखा तेरा टोटल भी तू जे 10 गेड़े मारे तो 5 तो 50 रुपए बनने ने, तेरा बनना की है पूरे दिन च। तो वो अपने बच्चों भी रोटी देनी है, तो सारा गुजारा करना, अपने बच्चों पालना। वो कहता भाई, कहते इस तरह सरदार जी कहते आप वर्गे सारे हो जाएं तो सारा संसार कितना अच्छा बन जाए। कहते कोई सोचता ही नहीं हमारे बारे, तो सानू सोचना चाहिए ना उन्होंने बारे भी। असी मॉल जावांगे उत्थे 1 रुपया घट नहीं करता कोई। सब्जी वाले तो जो जायज़ रेट भी दे रहे ना, तो भी कहेंगे ला 1 रुपया घट कर ला, 2 रुपए 5 घट कर ला। पर मॉल जाके कहने कितने नहीं कहते उत्थे जाके, क्योंकि उत्थे अगला ने बिल फड़ा देना हत्थ विच, समान लेना तो भाई दो, नहीं तो रख जाओ उत्थे। इदां ही है ना, असी गरीब दे उत्ते चढ़ते हैं, उत्थे साडा सब दा जोर चलदा है, पर जिहड़ा हक हलाल दी खा रहा उत्थे साडा जोर नहीं। इस करके एक गल याद रखना, जीवन दे विचों किरत दे विचों 10 नूहां दी किरत, और किरत इस करके करियो कि साडी किरत विच साडा करता सानू वेख रहा है। जिथे किरत विच ईमानदारी होएगी, करते दा भय होएगा कि किसी दे नाल नाजायज़ नहीं करना, उत्थे करता एडियां बरकतां पा देगा तुसीं सोच नहीं सकते। पर ऐसा ना होवे कि विख्या दे विच असीं उलझते रहिए ते परमात्मा दे नाम रतन नूं भुला दईए। मार कहंदे रहो अचेत। मनुख जदों किरत विच फस जांदा है ना, ते अचेत हो जांदा है, इहनूं चेते नहीं रहिंदा, ये गाफल हो जांदा है। ना चेत्यो गोबिंद, सर कहने गोबिंद नूं चेते नहीं करता। विरथा ओध सिरानी, अपनी जिंदगी नूं व्यर्थ गुजार दिंदा है। देखो साडी जिंदगी अर्थ की है, कभी कोई थानू पूछे भी थोड़ी जिंदगी अर्थ की है, व्यर्थता तो कई गल्लां तो लगेगी भी असीं व्यर्थ जी रहे हैं, और बहुत सारे लोग जींदे ने। तुसीं देखो पार्कां विच जाके कोई गप्पां मार रहा है, कोई इधर उधर दी गल्लां कर रहा है, कोई ताश खेड रहा है, उसदे नाल समाज दा की सबर रहा है, परिवार दा की सबर रहा है, धार्मिक तौर तो असीं की ला खट रहे हैं। उसदे नालों तो चंगा होवे कि बंदा जे पार्क गया और वेला बैठा है, जे निंदा चुगली करनी या ताश खेड के समा ही बर्बाद करना है, तो उत्थे पार्क में जाके 4 बूटियां नूं पानी पा देवे, वो हरे भरे होणगे, लोकां नूं आबो हवा वधिया मिलेगी, आक्सीजन शुद्ध मिलेगी, अगे आने वाली जनरेशन का लाभ होएगा। पर असी एवें एक काम व्यर्थ है, 2 बंदे इकट्ठे होकर झगड़ रहे ने, किसी अर्थ नहीं, इतों कोई लाभ है झगड़े का, ये 2 बंदे झगड़ा करते हैं, किसी को कुछ मिलेगा उसको, कुछ भी नहीं। पर लोग संसार लग्या पे, इसनूं महाराज कहने ने रहो अचेत ना चेत्यो गोबिंद। तू अचेत ही रहा, तू रब नूं चेते ही नहीं किया। विरथा ओद सिरानी, अपनी जिंदगी रूपी उमर ना बेअर्थ गवा ली, एवें गुजार दी। आओ कि किसी अर्थ लानी सी, ये शरीर दिता वाहिगुरू ने, इसनूं किसी काम चलाइए, किसी सेवा चलाइए, इस काम तो कुछ चंगा करिए, इस तन तो ना कुछ चंगा करिए। जो भी साडे कोलों हैल्प हो सकती है, किसी की सेवा हो सकती है, किसी की मदद हो सकती है। और मदद करन दा ये नहीं भी मदद करन वास्ते कोई किते सानू जाना पेगा, मदद कई बार साडे कोल चल के आ जांदे ने। एक बार दास एयरपोर्ट ते खलोता तो उत्थे 2-3 सिंह आ गए पंजाब तो, उन्होंने अंग्रेजी जमा ही नहीं सी आउंदी, ते मैनू कहन लगे जी ये फार्म भरना। मैं कहा लाओ जी मैं भर दिना। सेवा चल के आ गई ना अपने आप, मैं अपना भरिया सी, उन्होंने भी भर दिता, मेरा की चला गया। सेवा तुर के आई उत्थे, मैं थोड़ी उन्होंने कोल तुर के, साडे कोल इस तरह ये भी तो सेवा ही है ना, भी एक बंदा परेशान है उसकी हैल्प कर दो।
ਹੈਲਪ ਕਿਸੇ ਵੀ ਰੂਪ 'ਚ ਕੀਤੀ, ਉਹ ਤੁਹਾਡੀ ਅਕਾਰਥ ਨਹੀਂ ਜਾਏਗੀ ਸੇਵਾ। ਮਦਦ ਜਿਹੜੀ ਉਹ ਕਿਸੇ ਰੂਪ 'ਚ ਵੀ ਕਰ ਸਕਦੇ ਹੋ। ਕੋਈ ਰਸਤਾ ਪੁੱਛਿਆ ਉਹਨੂੰ ਸਹੀ ਰਸਤਾ ਦੱਸ ਦਿਓ, ਇਹ ਹੈਲਪ ਨਹੀਂ ਹੈ, ਸੇਵਾ ਨਹੀਂ ਹੈ। ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ, ਇੱਕ ਬੰਦਾ ਇੱਥੇ ਬਾਹਰ ਨਾ ਚੰਡੀਗੜ੍ਹ ਤੋਂ ਆਇਆ ਤੇ ਕੁਝ ਜਨਕਪੁਰੀ ਸਾਈਡ ਤੋਂ ਆ ਰਿਹਾ ਸੀ, ਔਰ ਜਨਕਪੁਰੀ ਜਾਣਾ ਸੀ ਬੰਦੇ ਨੇ, ਤੇ ਉਧਰੋਂ ਆ ਰਿਹਾ ਸੀ ਗੱਡੀ ਤੇ ਮੈਂ ਗੁਰਦੁਆਰੇ ਤੋਂ ਬਾਹਰ ਖਲੋਤਾ ਤੇ ਉਸਨੇ ਰਸਤਾ ਪੁੱਛਿਆ। ਜਿਹੜੇ ਬੰਦੇ ਚੰਡੀਗੜ੍ਹ ਤੋਂ ਆ ਰਹੇ ਸਨ ਉਹ ਕਹਿੰਦੇ ਜੀ ਜਨਕਪੁਰੀ ਅੱਗੇ ਹੈ ਜੀ, ਅੱਗੇ ਚਲੇ ਜਾਓ। ਮੈਂ ਅੱਗੇ ਖਲੋਤਾ ਸੀ, ਉਹਨਾਂ ਨੂੰ ਕਿਹਾ ਵੀ ਤੁਹਾਨੂੰ ਪਤਾ ਜਨਕਪੁਰੀ ਕਿੱਧਰ ਹੈ? ਕਹਿੰਦੇ ਜੀ ਸਾਨੂੰ ਨਹੀਂ ਪਤਾ। ਮੈਂ ਕਿੱਥੋਂ ਆਏ ਹੋ? ਕਹਿੰਦੇ ਅਸੀਂ ਚੰਡੀਗੜ੍ਹੋਂ ਆਏ ਹਾਂ। ਮੈਂ ਤੁਸੀਂ ਫਿਰ ਰਸਤਾ ਕਿਉਂ ਗਲਤ ਦੱਸਿਆ? ਕਹਿੰਦਾ ਸਾਨੂੰ ਲੋਕਾਂ ਨੇ ਬੜਾ ਗਲਤ ਦੱਸਿਆ, ਉੱਥੋਂ ਆ ਰਿਹਾ ਖੇਜਲ ਖੁਆਰ ਹੁੰਦੇ, ਜਾਣਾ ਕਿਤੇ ਹੋਰ ਸੀ। ਅਸੀਂ ਇਤਨੇ ਖੁਆਰ ਹੋਏ, ਕਹਿੰਦੇ ਲੋਕਾਂ ਨੇ ਕਿਹਾ ਇੱਧਰ ਜਾਓ ਉੱਧਰ ਜਾਓ, ਅਸੀਂ ਸੋਚਿਆ ਅਸੀਂ ਵੀ ਜਾਓ। ਮੈਂ ਕਿ ਨਹੀਂ, ਜੇ ਤੁਹਾਨੂੰ ਕਿਸੇ ਨੇ ਖੁਆਰ ਕੀਤਾ ਤੁਸੀਂ ਕਿਸੇ ਨੂੰ ਖੁਆਰ ਨਾ ਕਰੋ। ਤੁਹਾਨੂੰ ਨਹੀਂ ਜਾਣਕਾਰੀ, ਮਨਾ ਕਰ ਦਿਓ ਜੀ ਅਸੀਂ ਤਾਂ ਬਾਹਰੋਂ ਆਏ, ਸਾਨੂੰ ਨਹੀਂ ਜਾਣਕਾਰੀ। ਐਵੇਂ ਅਗਲੇ ਜਾਣਗੇ ਕਿੱਥੇ, ਭਟਕਦੇ ਰਹਿਣਗੇ। ਕੋਈ ਜ਼ਰੂਰੀ ਥੋੜ੍ਹੀ ਹੈ, ਨਹੀਂ ਪਤਾ ਸਾਫ਼ ਕਰ ਦਿਓ ਜੀ ਨਹੀਂ ਪਤਾ। ਕਲਦਾਸ ਜੋ ਉੱਧਰ ਗਿਆ ਜੀਵੀਪਨ ਦੇ ਵਿੱਚ, ਤੇ ਇੱਕ ਬੱਚੀ ਕਹਿਣ ਲੱਗੀ ਵੀਰ ਜੀ ਰਸਤਾ ਮੈਂ ਉੱਥੇ ਜਾਣਾ। ਮੈਂ ਕਿ ਮੈਨੂੰ ਭੈਣੇ ਪਤਾ ਨਹੀਂ, ਮੈਂ ਤਾਂ ਨਵਾਂ ਆਇਆ ਤੇ ਮੈਨੂੰ ਆਪ ਨਹੀਂ ਪਤਾ, ਮੈਂ ਤੈਨੂੰ ਕਿਵੇਂ ਦੱਸ ਦੇਵਾਂ ਵੀ ਇੱਥੇ ਰਸਤਾ ਜਾਂਦਾ? ਦੇਖੋ ਸਾਨੂੰ ਨਹੀਂ ਪਤਾ, ਸਪਸ਼ਟ ਕਹਿ ਦੇਣਾ ਚਾਹੀਦਾ। ਇਹ ਹੈ ਗੁਰਮਤ। ਇਹ ਨਹੀਂ ਆਪਾਂ ਇਹਨੂੰ ਲਾਰੇ 'ਚ ਰੱਖਣਾ ਜੀ ਇੱਧਰ ਚਲੇ ਜਾਓ ਜੀ, ਇੱਧਰ ਹੋ ਜਾਓ ਜੀ। ਸਾਨੂੰ ਪਤਾ ਆਪ ਨੂੰ ਨਹੀਂ, ਅਸੀਂ ਲੋਕਾਂ ਨੂੰ ਰਸਤੇ ਦੱਸ। ਗੁਰਮਤ ਇਹੀ ਹੈ ਕਿ ਅਸੀਂ ਆਪਣੀ ਉਮਰ ਨੂੰ ਲੇਖੇ 'ਚ ਲਾਉਣਾ, ਆਪਣੀ ਉਮਰ ਨੂੰ ਵਿਅਰਥ ਨਹੀਂ ਗਵਾਉਣਾ। ਜੋ ਪਤਾ ਉਹ ਦੱਸ ਦਿਓ, ਜਿਹੜਾ ਨਹੀਂ ਤੇ ਉਸਨੂੰ ਮਨਾ ਕਰ ਦਿਓ। ਉਹ ਕਿਸੇ ਹੋਰ ਕੋਲੋਂ ਪੁੱਛ ਲਏਗਾ ਰਸਤਾ, ਸਾਡੇ ਕੋਲੋਂ ਨਹੀਂ, ਹੋਰ 10 ਬੰਦਿਆਂ ਕੋਲੋਂ ਪੁੱਛ ਲਏਗਾ। ਕੋਈ ਤਾਂ ਹੋਏਗਾ ਜਿਹੜਾ ਸਹੀ ਦੱਸ ਸਕੇਗਾ। ਪਰ ਅਸੀਂ ਕੀ ਕਰਦੇ ਹਾਂ, ਆਪਣੀ ਉਮਰ ਨੂੰ ਵਿਅਰਥ ਗਵਾਉਂਦੇ ਹਾਂ। ਫਿਰ ਮਾਰ ਕਹਿੰਦੇ ਕਹੋ ਨਾਨਕ ਹਰ ਬਿਰਧ ਪਛਾਣੋ, ਹੇ ਨਾਨਕ ਆਖ ਹੇ ਮੇਰੇ ਪ੍ਰਭੂ ਤੂੰ ਆਪਣਾ ਮੁੱਢ ਕਦੀਮਾ ਪਿਆਰ ਵਾਲੇ ਸੁਭਾਅ ਦੀ ਪਹਿਚਾਣ ਕਰ, ਕਿਉਂਕਿ ਤੇਰਾ ਸੁਭਾਅ ਤਾਂ ਸਾਨੂੰ ਕੰਠ ਲਾਉਣ ਵਾਲਾ ਨਾ। ਅਸੀਂ ਤਾਂ ਭੁੱਲਣਹਾਰ ਜੀਵ ਹਾਂ, ਕਿਉਂਕਿ ਭੁੱਲੇ ਸਦਾ ਪ੍ਰਾਣੀ, ਅਸੀਂ ਪ੍ਰਾਣੀ ਸਦਾ ਭੁੱਲ ਜਾਂਦੇ ਹਾਂ। ਮਹਾਰਾਜ ਤਾਂ ਹੀ ਕਹਿੰਦੇ ਨੇ ਕੋਟ ਪਰਾਧ ਹਮਾਰੇ ਖੰਡੋ ਅਨੇਕ ਵਿਧੀ ਸਮਝਾਵੋ। ਕਰੋੜਾਂ ਅਪਰਾਧ ਵੀ ਖੰਡਨ ਕਰਕੇ ਵਾਹਿਗੁਰੂ ਸਾਨੂੰ ਅਨੇਕਾਂ ਢੰਗਾਂ ਨਾਲ ਸਮਝਾਉਂਦਾ ਹੈ, ਪਰ ਅਸੀਂ ਸਮਝਦੇ ਹੀ ਨਹੀਂ। ਕਿਉਂ? ਕਿਉਂਕਿ ਹਮ ਅਗਿਆਨ ਅਲਪ ਮਤ ਥੋਰੀ, ਅਸੀਂ ਅਗਿਆਨੀ ਹਾਂ, ਤੁੱਛ ਮਤ ਦੇ ਮਾਲਕ ਹਾਂ, ਸਾਡੇ ਕੋਲ ਮਤ ਹੀ ਘੱਟ ਹੈ। ਤੇ ਮਹਾਰਾਜ ਪਤਾ ਕੀ ਕਹਿੰਦੇ ਕਿ ਤੁਮ ਆਪਨ ਬਿਰਧ ਰਖਾਵੋ, ਹੇ ਵਾਹਿਗੁਰੂ ਤੁਸੀਂ ਆਪਣਾ ਮੁੱਢ ਕਦੀਮਾ ਪਿਆਰ ਵਾਲੇ ਸੁਭਾਅ ਨੂੰ ਪਹਿਚਾਣੋ, ਕਿਉਂਕਿ ਜੋ ਤੇਰੀ ਸ਼ਰਨ 'ਚ ਆ ਜਾਂਦਾ ਹੈ ਹੇ ਵਾਹਿਗੁਰੂ ਤੂੰ ਉਹਨਾਂ ਨੂੰ ਕੰਠ ਨਾਲ ਲਾ ਲੈਂਦਾ। ਇਸ ਕਰਕੇ ਅਸੀਂ ਤਾਂ ਭੁੱਲਣ ਵਾਲੇ ਪ੍ਰਾਣੀ ਨੇ। ਅਰਦਾਸ ਕਰਕੇ ਜਾਓ ਸੱਚੇ ਪਾਤਸ਼ਾਹ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਕਤੇ। ਸਾਡੀ ਤਾਂ ਹਾਲਤ ਹੀ ਇਹ ਹੈ। ਇਸ ਕਰਕੇ ਤੂੰ ਬਖਸ਼ਣਹਾਰ ਹੈ, ਸਾਡੇ ਗੁਨਾਹ ਨੂੰ ਬਖਸ਼ ਲੈ, ਸਾਨੂੰ ਸਹੀ ਰਸਤੇ ਤੇ ਪਾ ਦੇ ਤਾਂ ਕਿ ਸਾਡਾ ਜੀਵਨ ਸਫਲ ਹੋ ਸਕੇ। ਇਤਨੇ ਕੋ ਬਚਨ ਪ੍ਰਵਾਨ, ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਮਰੀ ਸ਼ਰਨ ਤੁਮਹਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ।